Good morning, students. Today we will revise long question answers of chapter 8, the devotional paths to the divine. So, our first long question is, what were the major ideas expressed by Kabir? How did he express these? हाँ जी, what were the major ideas? कबीर जी द्वारा ਕਿਹੜੇ ਮੇਜਰ ਆਈਡੀਆਜ਼ ਐਕਸਪ੍ਰੈਸ ਕੀਤੇ ਗਏ ਸੀ ਤੇ ਹਾਊ ਡਿਡ ਹੀ ਐਕਸਪ੍ਰੈਸ ਦੀਜ਼, ਉਹਨਾਂ ਨੇ ਇਹਨਾਂ ਨੂੰ ਕਿਵੇਂ ਐਕਸਪ੍ਰੈਸ ਕੀਤਾ ਗਾ। ਮੇਜਰ ਆਈਡੀਆਜ਼ ਐਕਸਪ੍ਰੈਸਡ ਬਾਏ ਕਬੀਰ ਐਂਡ ਹਿਜ਼ ਵੇ ਆਫ ਐਕਸਪ੍ਰੈਸਿੰਗ ਦੈਮ। ਹਾਂਜੀ, ਕਿਹੜੇ ਆਈਡੀਆ ਸੀ ਜਿਹੜੇ ਕਬੀਰ ਜੀ ਨੇ ਐਕਸਪ੍ਰੈਸ ਕੀਤੇ ਸੀ ਔਰ ਕਿਵੇਂ ਕੀਤੇ ਸੀ, ਉਹਨਾਂ ਦਾ ਕੀ ਵੇ ਸੀ। ਸੋ ਹੇਅਰ ਵੀ ਡਿਸਕਸ ਅਬਾਊਟ ਦੀਜ਼। So our first point is rejection of orthodox religion and religious traditions। हाँ जी, ਜਿਹੜੇ ਕਬੀਰ ਜੀ ਸੀ ਉਹ ਹਮੇਸ਼ਾ ਰਿਜੈਕਸ਼ਨ ਕਰਦੇ ਸੀ ਕਿ ਆਰਥੋਡਾਕਸ ਜਿਹੜੇ ਨੇ, ਆਰਥੋਡਾਕਸ ਮੀਨਸ ਕਿ ਬਹੁਤ ਕੱਟੜ ਧਰਮ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ। ਜਿਹੜੇ ਕੱਟੜ ਤਰ੍ਹਾਂ ਦੇ ਰਿਲੀਜਨ ਹੁੰਦੇ ਸੀ ਜਾਂ ਰਿਲੀਜੀਅਸ ਪ੍ਰੈਕਟਿਸਿਸ ਹੁੰਦੀਆਂ ਸੀ, ਰੀਤੀ ਰਿਵਾਜ ਹੁੰਦੇ ਸੀ, ਉਹਨਾਂ ਨੂੰ ਉਹ ਨਹੀਂ ਮੰਨਦੇ ਸੀ। ਰਿਲੀਜਨ ਵਾਜ਼ ਇਜ਼ ਅਸੈਸੀਬਲ ਟੂ ਆਲ। ਉਹ ਕਹਿੰਦੇ ਧਰਮ ਇਵੇਂ ਦਾ ਹੋਣਾ ਚਾਹੀਦਾ ਜਿਹੜਾ ਕਿ ਸਾਰਿਆਂ ਨੂੰ ਸਮਝ ਆਵੇ, ਸਾਰੇ ਉਹਦੇ ਤੱਕ ਸਾਰਿਆਂ ਤੱਕ ਉਹ ਪਹੁੰਚ ਸਕੇ। ਕ੍ਰਿਟਿਸਿਜ਼ਮ ਆਫ ਆਲ ਐਕਸਟਰਨਲ ਵਰਸ਼ਿਪ ਆਫ ਬ੍ਰਹਮਨਿਕਲ ਹਿੰਦੂਇਜ਼ਮ ਐਂਡ ਇਸਲਾਮ। ਉਹ ਹਮੇਸ਼ਾ ਆਲੋਚਨਾ ਕਰਦੇ ਸੀ ਕਿ ਸਾਨੂੰ ਜਿਹੜਾ ਹਿੰਦੂਇਜ਼ਮ ਜਾਂ ਇਸਲਾਮ ਇੱਕ ਧਰਮ ਨੂੰ, ਕੱਟੜਤਾ ਵੱਲ ਨੂੰ ਸਾਡਾ ਜਿਹੜਾ ਬਿਲੀਵ ਹੈ ਉਹ ਨਹੀਂ ਹੋਣਾ ਚਾਹੀਦਾ ਸੀ। ਕਿਸੇ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਇੱਕ ਧਰਮ ਨੂੰ ਲੈ ਕੇ ਉਹਦੀ ਵਰਸ਼ਿਪ ਕਰੀਏ, ਜਦੋਂ ਕਿ ਸਾਰੇ ਧਰਮ ਬਰਾਬਰ ਨੇ। ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਇਹ ਧਰਮ ਇਵੇਂ ਦਾ ਹੋਣਾ ਚਾਹੀਦਾ ਜਿਹੜਾ ਕਿ ਸਾਰਿਆਂ ਦੇ ਲਈ ਅਸੈਸੀਬਲ ਹੋਵੇ, ਸਾਰਿਆਂ ਤੱਕ ਪਹੁੰਚ ਸਕੇ। ਸੋ ਨਾਓ ਫੋਰਥ ਪੁਆਇੰਟ ਕੀ ਸੀ? ਨੋ ਕਾਸਟ ਸਿਸਟਮ। ਉਹ ਕਿਸੇ ਵੀ ਕਾਸਟ ਸਿਸਟਮ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ। ਬਲੀਫ ਇਨ ਫਾਰਮਲੈਸ ਗੋਡ। ਉਹ ਚਾਹੁੰਦੇ ਸੀ ਕਿ ਸਾਨੂੰ ਹਮੇਸ਼ਾ ਬਿਨਾਂ ਕਿਸੇ ਆਕਾਰ ਤੋਂ, ਫੋਰਮ ਤੋਂ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਭਗਤੀ ਐਂਡ ਡਿਵੋਸ਼ਨ ਇਜ਼ ਓਨਲੀ ਪਾਥ ਆਫ ਸਲਵੇਸ਼ਨ। ਇਕੱਲਾ ਭਗਤੀ ਅਤੇ ਡਿਵੋਸ਼ਨ ਹੈ ਜਿਹੜੀ ਪਰਮਾਤਮਾ ਦੇ ਵਿੱਚ, ਜਦੋਂ ਅਸੀਂ ਇੱਕ ਲਿਵ ਹੋ ਕੇ ਕਿਸੇ ਦੇ ਪਿੱਛੇ ਪਰਮਾਤਮਾ ਨੂੰ, ਕਿਸੇ ਵੀ ਪਰਮਾਤਮਾ ਨੂੰ ਯਾਦ ਕਰਦੇ ਹਾਂ, ਮੀਨਸ ਕਿ ਲੀਨ ਹੋ ਜਾਂਦੇ ਹਾਂ ਕਿਸੇ ਵੀ ਕੰਮ ਦੇ ਵਿੱਚ ਕਹਿ ਲਓ ਜਾਂ ਕਿਸੇ ਵੀ ਪੂਜਾ ਦੇ ਵਿੱਚ ਡਿਵੋਸ਼ਨ ਦੇ ਨਾਲ, ਠੀਕ ਹੈ, ਤਾਂ ਉਸ ਸਮੇਂ ਜਿਹੜੀ ਹੈ ਸਾਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਹੀ ਐਕਸਪ੍ਰੈਸਡ ਹਿਜ਼ ਆਈਡੀਆਜ਼ ਥਰੂ ਕਪਲੇਟਸ। ਉਹਨਾਂ ਨੇ ਬਹੁਤ ਸਾਰੇ ਸ਼ਲੋਕ ਵੀ ਲਿਖੇ, ਦੋਹੇ ਵੀ ਲਿਖੇ, ਅਤੇ ਉਹਨਾਂ ਦੇ ਦੋਹਿਆਂ ਦੇ ਵਿੱਚ ਉਹਨਾਂ ਨੇ ਪਰਮਾਤਮਾ ਦਾ ਜ਼ਿਕਰ ਕੀਤਾ। ਵਟ ਵਰ ਦਾ ਮੇਜਰ ਬਲੀਫਸ ਐਂਡ ਪ੍ਰੈਕਟਿਸਿਸ ਆਫ ਦਾ ਸੂਫੀਜ਼। ਜਿਹੜੇ ਸੂਫੀ ਸੀ ਉਹਨਾਂ ਦੇ ਕੀ ਵਿਸ਼ਵਾਸ ਸੀ ਅਤੇ ਉਹ ਕਾਹਦੇ ਵਿੱਚ ਬਲੀਵ ਕਰਦੇ ਸੀ, ਅਤੇ ਉਹ ਕਿਵੇਂ ਆਪਣੇ ਧਰਮ ਦੀ ਪ੍ਰੈਕਟਿਸ ਕਰਦੇ ਸੀ ਤਾਂ ਕਿ ਲੋਕਾਂ ਨੂੰ ਉਹ ਉਵੇਂ ਸਿੱਖਿਆਵਾਂ ਦੇ ਸਕਣ। ਸੂਫੀਜ਼ ਵਰ ਮੁਸਲਿਮ ਮਿਸਟਿਕਸ। ਦੇ ਰਿਜੈਕਟਿਡ ਆਊਟਵਰਡ religiosity and gave emphasis on love and devotion to God। ਜਿਹੜੇ ਸੂਫੀ ਸੀ, ਮੁਸਲਿਮ ਮਿਸਟਿਕਸ ਸੀ, ਉਹ ਹਮੇਸ਼ਾ ਕਹਿੰਦੇ ਸੀ ਕਿ ਜਿਹੜੇ ਸਾਨੂੰ ਆਊਟਵਰਡ ਰਿਲੀਜੀਅਸਟੀ ਹੈ, ਜਾਂ ਇਹ ਕਹਿ ਲਓ ਕਿ ਬਿਨਾਂ ਮਤਲਬ ਇਹ ਅਡੰਬਰ ਵਾਲੇ, ਦਿਖਾਵੇ ਵਾਲੀ ਕੋਈ ਭਗਤੀ ਆ, ਉਹਦੇ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਧਰਮ ਦੇ ਵਿੱਚ ਸਾਨੂੰ ਹਮੇਸ਼ਾ ਪਰਮਾਤਮਾ ਨੂੰ ਪਾਉਣ ਦੇ ਲਈ ਪਿਆਰ ਅਤੇ ਡਿਵੋਸ਼ਨ ਦੀ ਜਿਹੜੀ ਫੀਲਿੰਗ ਹੈ ਉਹ ਸਾਡੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ। ਜਦੋਂ ਅਸੀਂ ਕਿਸੇ ਇਨਸਾਨ ਨੂੰ, ਕਿਸੇ ਦੂਜੇ ਹਿਊਮਨ ਬੀਇੰਗ ਨੂੰ ਪਿਆਰ ਕਰਦੇ ਹਾਂ, ਇਟ ਮੀਨਸ ਕਿ ਅਸੀਂ ਗੋਡ ਦੀ ਪ੍ਰਾਪਤੀ ਕਰਦੇ ਹਾਂ। ਦੇ ਇੰਸਪਾਇਰਡ ਪੀਪਲ ਟੂ ਬੀ ਕੰਪੈਸ਼ਨੇਟ ਟੂਵਰਡਸ ਆਲ ਫੈਲੋ ਹਿਊਮਨ ਬੀਇੰਗਸ। ਕਹਿੰਦੇ ਸਾਰਿਆਂ ਨੂੰ, ਲੋਕਾਂ ਨੂੰ ਇੱਕ ਦੂਜੇ ਦੀ ਇੰਸਪੀਰੇਸ਼ਨ ਬਣਨਾ ਚਾਹੀਦਾ, ਹਿਊਮਨ ਬੀਇੰਗਸ ਦੀ, ਇੱਕ ਦੂਜੇ ਵੱਲ। ਜਦੋਂ ਅਸੀਂ ਕੰਪੈਸ਼ਨੇਟ ਹੁੰਦੇ ਹਾਂ, ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਹਾਂ, ਪਿਆਰ ਨਾਲ ਰਹਿੰਦੇ ਹਾਂ, ਤਾਂ ਉਸ ਸਮੇਂ ਮਤਲਬ ਅਸੀਂ ਪਰਮਾਤਮਾ ਨੂੰ ਪਾ ਲੈਂਦੇ ਹਾਂ। ਦੇ ਰਿਜੈਕਟਿਡ ਆਈਡਲ ਵਰਸ਼ਿਪ। ਇਹਨਾਂ ਦਾ ਮੂਰਤੀ ਪੂਜਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਇਹ ਚਾਹੁੰਦੇ ਸੀ ਕਿ ਸੂਫੀ ਧਰਮ ਵਾਲੇ ਕਿ ਮੂਰਤੀ ਪੂਜਾ ਨਹੀਂ ਹੋਣੀ ਚਾਹੀਦੀ। ਕੰਸੀਡਰੇਬਲੀ ਸਿੰਪਲੀਫਾਈਡ। ਉਹ ਇਹ ਕਹਿੰਦੇ ਸੀ ਜਦੋਂ ਅਸੀਂ ਧਰਮ ਨੂੰ ਹਮੇਸ਼ਾ ਇੱਕ ਸਿੰਪਲ ਤਰੀਕੇ ਨਾਲ ਸਾਨੂੰ ਯਾਦ ਕਰਨਾ ਚਾਹੀਦਾ ਹੈ ਪਰਮਾਤਮਾ ਨੂੰ। rituals of worship into collective prayers।
ਇਹ ਕਾਹਦੇ ਵਿੱਚ ਵਿਸ਼ਵਾਸ ਕਰਦੇ ਸੀ ਕਿ ਸਾਨੂੰ ਹਮੇਸ਼ਾ ਇਕੱਠੇ ਹੋ ਕੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ। ਦੇ ਬਲੀਵਡ ਦੈਟ ਦ ਹਾਰਟ ਕੈਨ ਬੀ ਟ੍ਰੇਨਡ ਟੂ ਲੁੱਕ ਐਟ ਦਾ ਵਰਲਡ ਇਨ ਅ ਡਿਫਰੈਂਟ ਵੇ। ਹਾਂਜੀ, ਦੇ ਬਲੀਵਡ ਦੈਟ ਦ ਹਾਰਟ ਕੈਨ ਬੀ ਟ੍ਰੇਨਡ ਟੂ ਲੁੱਕ ਐਟ ਦਾ ਵਰਲਡ ਇਨ ਅ ਡਿਫਰੈਂਟ ਵੇ। ਇਹਨਾਂ ਦਾ ਵਿਸ਼ਵਾਸ ਸੀ ਕਿ ਜਦੋਂ ਅਸੀਂ ਪਰਮਾਤਮਾ ਨੂੰ ਸੱਚੇ ਮਨ ਦੇ ਨਾਲ ਯਾਦ ਕਰਦੇ ਹਾਂ ਤਾਂ ਚਾਹੇ ਕਿਸੇ ਵੀ ਵੇਦ ਦੇ ਨਾਲ ਚੱਲਦੇ ਹੋਏ ਅਸੀਂ ਯਾਦ ਕਰਦੇ ਹਾਂ, ਚਾਹੇ ਹਿੰਦੂ ਧਰਮ ਨੂੰ ਹਿੰਦੂ ਧਰਮ ਦੇ ਰਸਤੇ 'ਤੇ ਚੱਲਦੇ ਹਾਂ, ਚਾਹੇ ਸਿੱਖ ਧਰਮ ਦੇ, ਚਾਹੇ ਕਿਸੇ ਵੀ ਧਰਮ 'ਤੇ ਰਸਤੇ 'ਤੇ ਚੱਲਦੇ ਹੋਏ ਪਰਮਾਤਮਾ ਨੂੰ ਹਾਰਟਲੀ ਯਾਦ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਦੇ ਡਿਵੈਲਪਡ ਇਲੈਬੋਰੇਟ ਮੈਥਡਸ ਆਫ, ਹਾਂਜੀ ਇਹਨਾਂ ਨੇ ਬਹੁਤ ਸਾਰੇ ਟ੍ਰੇਨਿੰਗ ਯੂਜ਼ਿੰਗ ਜ਼ਿਕਰ ਮੀਨਿੰਗ ਚੈਂਟਿੰਗ ਆਫ ਆ ਨੇਮ ਆ ਸੈਕਰਡ ਫਾਰਮੂਲਾਜ਼। ਇਹਨਾਂ ਨੇ ਬਹੁਤ ਸਾਰੇ ਸ਼ਲੋਕ ਵਗੈਰਾ ਜਿਹੜੇ ਸੀ, ਸੂਫੀ ਧਰਮ ਦੇ ਵਿੱਚ ਵੀ ਬਹੁਤ ਸਾਰੇ ਸ਼ਲੋਕ ਵਗੈਰਾ ਸੀ ਜਿਹੜੇ ਗਾਏ ਜਾਂਦੇ ਸੀਗੇ ਅਤੇ ਬਹੁਤ ਸਾਰੇ ਇਹਨਾਂ ਦੇ ਮਤਲਬ ਜ਼ਿਕਰ ਵਰਡ ਯੂਜ਼ ਕੀਤਾ ਜਾਂਦਾ ਹੈ ਕਿ ਪਰਮਾਤਮਾ ਦਾ ਹਮੇਸ਼ਾ ਮਤਲਬ ਐਂ ਕਹਿ ਲਓ ਕਿ ਸੱਚੇ ਮਨ ਨਾਲ ਜਦੋਂ ਅਸੀਂ ਪਰਮਾਤਮਾ ਨੂੰ ਪ੍ਰਾਪਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਸਮੇਂ ਹਮੇਸ਼ਾ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਲਵ ਐਂਡ ਡਿਵੋਸ਼ਨ ਦਾ ਜਿਹੜਾ ਫਾਰਮੂਲਾ ਉਹ ਅਪਣਾਉਣਾ ਚਾਹੀਦਾ ਹੈ। ਕੰਟੈਂਪਲੇਸ਼ਨ, ਸਿੰਗਿੰਗ, ਡਾਂਸਿੰਗ, ਡਿਸਕਸ਼ਨ, ਪੈਰਾਵਲਸ, ਬਰੀਥ ਕੰਟਰੋਲ, ਇਹ ਸਾਰਾ ਕੁਛ ਕਰਦੇ ਹੋਏ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਾਂ। ਜਾਣੀ ਕਿ ਜਿਹੜੇ ਸੂਫੀਜ਼ਮ ਦੇ ਵਿੱਚ ਤੁਸੀਂ ਦੇਖੋਗੇ ਬੇਟਾ ਕਿ ਕਈ ਵਾਰ ਆਪਾਂ ਕਵਾਲੀਆਂ ਵਗੈਰਾ ਸੁਣਦੇ ਹਾਂ, ਧਾਰਮਿਕ ਕਵਾਲੀਆਂ ਗਾਈਆਂ ਜਾਂਦੀਆਂ ਨੇ, ਕਿੰਨੇ ਜੋਸ਼ ਨਾਲ ਉਹ ਲੋਕ ਗਾਉਂਦੇ ਨੇ, ਤਾਂ ਉਹ ਵੀ ਇੱਕ ਫੋਰਮ ਹੈ ਪਰਮਾਤਮਾ ਨੂੰ ਯਾਦ ਕਰਨ ਦੀ। ਹਾਂਜੀ, ਬਰੀਥਿੰਗ ਐਕਸਰਸਾਈਜ਼ ਦੇ ਥਰੂ ਵੀ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਕਿ ਜਦੋਂ ਆਪਾਂ ਕਿਸੇ ਵੀ ਕੰਮ ਨੂੰ, ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਸਾਡਾ ਜਿਹੜਾ ਅਟੈਂਸ਼ਨ ਹੈ ਉਹ ਕਿਸੇ ਇੱਕ ਪੁਆਇੰਟ 'ਤੇ ਫਿਕਸ ਹੋ ਜਾਂਦੀ ਹੈ ਨਾ, ਤਾਂ ਉਸ ਸਮੇਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ, ਅੰਡਰ ਦਾ ਗਾਈਡੈਂਸ ਆਫ ਅ ਮਾਸਟਰ ਕਾਲਡ ਪੀਰ। ਹਾਂਜੀ, ਸਾਨੂੰ ਪੀਰ ਨੂੰ ਮੰਨਣਾ ਚਾਹੀਦਾ, ਸਾਨੂੰ ਆਪਣੇ ਗੁਰੂ ਨੂੰ ਮੰਨਣਾ ਚਾਹੀਦਾ ਹੈ। ਹਾਂਜੀ, ਵਟ ਵਰ ਦਾ ਮੇਜਰ ਟੀਚਿੰਗਸ ਆਫ ਬਾਬਾ ਗੁਰੂ ਨਾਨਕ ਦੇਵ ਜੀ। ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਸੀ, ਮੁੱਖ ਮੇਜਰ ਸਿੱਖਿਆਵਾਂ ਕੀ ਸੀਗੀਆਂ? ਮੇਜਰ ਟੀਚਿੰਗਸ ਆਫ ਬਾਬਾ ਗੁਰੂ ਨਾਨਕ ਵਰਸ਼ਿਪ ਆਫ ਵਨ ਗੋਡ। ਗੁਰੂ ਨਾਨਕ ਦੇਵ ਜੀ ਹਮੇਸ਼ਾ ਕਹਿੰਦੇ ਸੀ ਕਿ ਸਾਨੂੰ ਇੱਕ ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ, ਜਾਣੀ ਕਿ ਸਾਨੂੰ ਇੱਕ ਪਰਮਾਤਮਾ ਦੀ ਵਰਸ਼ਿਪ ਕਰਨੀ ਚਾਹੀਦੀ ਹੈ। ਇਰਰੈਲੇਵੈਂਸ ਆਫ ਕਾਸਟ, ਕ੍ਰੀਡ ਐਂਡ ਜੈਂਡਰ ਫਾਰ ਅਟੇਨਿੰਗ ਲਿਬਰੇਸ਼ਨ। ਹਾਂਜੀ, ਸਾਨੂੰ ਹਮੇਸ਼ਾ ਜਾਤ ਪਾਤ, ਕਿਸੇ ਵੀ ਤਰ੍ਹਾਂ ਦਾ ਕੋਈ ਜੈਂਡਰ ਜਿਵੇਂ ਮੇਲ ਫੀਮੇਲ ਜਾਂ ਨਸਲ ਤੋਂ ਦੂਰ ਰਹਿਣਾ ਚਾਹੀਦਾ। ਜਦੋਂ ਇਹਨਾਂ ਚੀਜ਼ਾਂ ਤੋਂ ਅਸੀਂ ਉੱਪਰ ਉੱਠ ਕੇ ਪਰਮਾਤਮਾ ਨੂੰ ਯਾਦ ਕਰਾਂਗੇ ਉਸ ਸਮੇਂ ਸਾਨੂੰ ਹਮੇਸ਼ਾ ਸਲਵੇਸ਼ਨ ਵੀ ਮਿਲੂਗੀ, ਮੁਕਤੀ ਵੀ ਮਿਲੂਗੀ ਅਤੇ ਅਸੀਂ ਪਰਮਾਤਮਾ ਨੂੰ ਪਾ ਲਵਾਂਗੇ। ਦ ਪਰਸਿਊਟ ਆਫ ਐਕਟਿਵ ਲਾਈਫ ਵਿਦ ਅ ਸਟਰੋਂਗ ਸੈਂਸ ਆਫ ਸੋਸ਼ਲ ਕਮਿਟਮੈਂਟ। ਹਾਂਜੀ, ਹਮੇਸ਼ਾ ਸਾਨੂੰ ਅੱਛੇ ਤਰੀਕੇ ਨਾਲ ਐਕਟਿਵ ਲਾਈਫ ਜਿਉਣੀ ਚਾਹੀਦੀ ਹੈ ਅਤੇ ਸਮਾਜ ਵਿੱਚ ਰਹਿੰਦੇ ਹੋਏ, ਠੀਕ ਹੈ। ਨਾਮ ਦਾ ਦਾਨ, ਸਾਨੂੰ ਹਮੇਸ਼ਾ ਨਾਮ ਦਾ ਦਾਨ ਇਜ਼ ਦਾ ਮੇਜਰ ਇਸੈਂਸ ਆਫ ਹਿਸ ਟੀਚਿੰਗ। ਉਹ ਕਹਿੰਦੇ ਸੀ ਕਿ ਨਾਮ ਦਾ ਦਾਨ, ਜਿਹੜਾ ਨਾਮ ਦਾ ਦਾਨ ਹੈ ਉਹਨੂੰ ਹਮੇਸ਼ਾ ਸਾਨੂੰ ਮੰਨਣਾ ਚਾਹੀਦਾ ਹੈ। ਅਤੇ ਨਾਮ ਦਾ ਦਾਮ ਮੀਨਸ ਕਿ ਉਹਦਾ ਇੱਕ ਦਾਮ ਹੈ, ਜਦੋਂ ਅਸੀਂ ਪ੍ਰਮਾਤਮਾ ਨੂੰ ਦਾ ਨੇਮ ਜਪਦੇ ਹਾਂ ਨਾ, ਉਹਦੀ ਸਾਨੂੰ ਇਨ ਦਾ ਲੌਂਗ ਰਨ ਜਾ ਕੇ ਬਹੁਤ ਜ਼ਿਆਦਾ ਉਹ ਸਾਨੂੰ ਪੇ ਕਰਦਾ ਔਰ ਅਸੀਂ ਇੱਕ ਮਨ ਚਿੱਤ ਹੋ ਕੇ ਪਰਮਾਤਮਾ ਨੂੰ ਪਾ ਲੈਂਦੇ ਹਾਂ। ਨਾਓ 5th ਪੁਆਇੰਟ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ। ਹਾਂਜੀ, ਬੇਸਿਸ ਆਫ ਰਾਈਟ ਬਿਲੀਫ ਐਂਡ ਵਰਸ਼ਿਪ, ਓਨੈਸਟ ਲਿਵਿੰਗ ਐਂਡ ਹੈਲਪਿੰਗ ਅਦਰਸ। ਹਾਂਜੀ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ। ਇਹਨਾਂ 'ਤੇ ਚੱਲਦੇ ਹੋਏ ਜਦੋਂ ਅਸੀਂ ਕਿਸੇ ਤਰੀਕੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਸ ਸਮੇਂ ਸਾਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਸਲਵੇਸ਼ਨ ਮਿਲਦੀ ਹੈ। ਜਿਹੜੇ ਰੀਤੀ ਰਿਵਾਜ਼ ਨੇ, ਅਡੰਬਰ ਨੇ, ਉਹਨਾਂ ਤੋਂ ਦੂਰ ਉੱਠ ਕੇ ਸਾਨੂੰ ਸੱਚੇ ਮਨ ਨਾਲ ਮੁਕਤੀ ਪ੍ਰਾਪਤ ਕਰਨ ਦੇ ਲਈ ਸਾਨੂੰ ਇਹ ਸਿੱਖਿਆਵਾਂ ਨੂੰ ਫੋਲੋ ਕਰਨਾ ਚਾਹੀਦਾ। ਗੁਰੂ ਨਾਨਕ ਦੇਵ ਜੀਆਂ ਨੂੰ ਦੀ ਜਿਹੜੀਆਂ ਦਿੱਤੀਆਂ ਹੋਈਆਂ ਨੇ, ਦਾ ਆਈਡੀਆ ਆਫ ਇਕੁਐਲਿਟੀ। ਹਾਂਜੀ, ਇਸ ਤੋਂ ਇਲਾਵਾ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹ ਆਈਡੀਆ ਆਫ ਇਕੁਐਲਿਟੀ ਨੂੰ ਵੀ ਮੰਨਦੇ ਸੀ। ਉਹ ਕਹਿੰਦੇ ਸੀ ਕਿ ਜਦੋਂ ਤੱਕ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਸਮਝਦੇ, ਉਨੀ ਦੇਰ ਸਾਨੂੰ ਕਿਸੇ ਤਰ੍ਹਾਂ
मतलब ਸਾਡੀ ਭਗਤੀ ਕਰਨ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਬੇਟਾ ਲੰਗਰ ਦਾ ਸਿਸਟਮ ਸੀ ਜਿਹੜਾ ਸ਼ੁਰੂ ਕੀਤਾ ਸੀ। ਠੀਕ ਹੈ, ਦਾ ਆਈਡੀਆ ਆਫ ਇਕੁਐਲਿਟੀ ਦਾ ਮਤਲਬ ਇਹੀ ਹੈ ਕਿ ਉਹਨਾਂ ਨੇ ਪੰਗਤ ਸਿਸਟਮ ਸਟਾਰਟ ਕੀਤਾ ਸੀ ਕਿ ਇੱਕ ਪੰਗਤ ਦੇ ਵਿੱਚ ਬਹਿ ਕੇ ਚਾਹੇ ਉਹ ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦਾ ਪਰਸਨ ਉਹ ਲੰਗਰ ਛਕ ਸਕਦਾ ਗਾ। ਮੀਨਸ ਕਿ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਸੱਚੇ ਮਨ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਸਲਵੇਸ਼ਨ ਮਿਲਦੀ ਹੈ, ਮੁਕਤੀ ਮਿਲਦੀ ਹੈ, ਸੱਚੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅਤੇ ਇੱਕ ਪੰਗਤ ਦੇ ਵਿੱਚ ਬੈਠ ਕੇ ਸਾਨੂੰ ਹਮੇਸ਼ਾ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਇਕੁਐਲਿਟੀ ਆਫ ਆਈਡੀਆ ਦਾ ਮਤਲਬ ਇਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਸਿਸਟਮ ਜਦੋਂ ਸਟਾਰਟ ਕੀਤਾ ਸੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਚਾਹੇ ਕੋਈ ਪਰਸਨ ਕਿਸੇ ਵੀ ਕਾਸਟ ਨੂੰ, ਧਰਮ ਨੂੰ, ਜਾਤ ਨੂੰ ਬਿਲੋਂਗ ਕਰਦਾ ਹੈ, ਉਹ ਇੱਕੋ ਹੀ ਉਹਨੂੰ ਟਰੀਟ ਕੀਤਾ ਜਾਣਾ ਚਾਹੀਦਾ, ਉਹਨੂੰ ਇਕੁਅਲ ਮੰਨਿਆ ਜਾਣਾ ਚਾਹੀਦਾ। ਠੀਕ ਹੈ, ਤਾਂ ਉਹਨਾਂ ਨੇ ਇਸ ਕਰਕੇ ਸਟਾਰਟ ਕਰਿਆ ਸੀ ਚਾਹੇ ਵੀ ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦਾ ਹੋਵੇ ਤਾਂ ਉਹ ਇੱਕ ਪੰਗਤ ਵਿੱਚ ਬਹਿ ਕੇ ਲੰਗਰ ਛਕ ਸਕਦਾ ਹੈ। ਜਾਣੀ ਕਿ ਇਕੁਐਲਿਟੀ ਆਫ ਆਈਡੀਆ ਜਿਹੜਾ ਸੀ ਗੁਰੂ ਨਾਨਕ ਦੇਵ ਜੀ ਦਾ ਹੀ ਆਈਡੀਆ ਹੈ। ਅਤੇ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ ਇਹ ਉਹਨਾਂ ਦੀਆਂ ਸਿੱਖਿਆਵਾਂ ਨੇ। ਸੋ ਬੇਟਾ ਇਸ ਕਰਕੇ ਜਦੋਂ ਅਸੀਂ ਸੱਚੇ ਮਨ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਥੈਂਕਸ।